ਜਿਹੜਾ ਸਾਡੇ ਕੋਲ ਸਵਾਲ ਹੈ ਉਹ ਗੁਰਬਾਣੀ ਦੇ ਉਚਾਰਨ ਬਾਰੇ ਹੈ। ਅਸੀਂ ਇਹ ਆਸਾ ਕੀ ਬਾਤ ਵੀ ਪੜ੍ਹਦੇ ਹਾਂ, ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ। ਸਵਾਲ ਕਰਤਾ ਪੁੱਛਦੇ ਨੇ ਵੀ ਇਹ ਜਿਹੜਾ ਸ਼ਬਦ ਹੈ ਸੱਸਾ ਬੱਬਾ ਦੱਦੇ ਤੇ ਟਿੱਪੀ, ਇਹਨੂੰ ਉਚਾਰਨ ਕਿਸ ਤਰ੍ਹਾਂ ਕਰਨਾ ਹੈ? ਭਾਵ ਸੱਸੇ ਨੂੰ ਪੈਰ ਬਿੰਦੀ ਲਾ ਕੇ ਸ਼ਾਹ ਦੇ ਤੌਰ ਤੇ ਉਚਾਰਨ ਕਰਨਾ ਹੈ ਜਾਂ ਬਿੰਦੀ ਤੋਂ ਬਗੈਰ ਸਾਹ ਦੇ ਤੌਰ ਤੇ ਉਚਾਰਨ ਕਰਨਾ ਹੈ। ਤੋ ਬੇਨਤੀ ਹੈ ਵੀਰ ਜਗੀਰ ਸਿੰਘ ਜੀ, ਤੁਸੀਂ ਕਿਰਪਾ ਕਰੋ ਅਨਮਿਊਟ ਕਰਕੇ ਸਾਨੂੰ ਇਹ ਦੱਸੋ ਵੀ ਇਹਦਾ ਉਚਾਰਨ ਜਿਹੜਾ ਹੈ ਸੱਸੇ ਦਾ ਬਿੰਦੀ ਸਹਿਤ ਹੈ ਕਿ ਬਿੰਦੀ ਬਗੈਰ ਹੈ। ਨਾਲ ਕਿਰਪਾ ਕਰਨੀ ਇਸ ਸ਼ਲੋਕ ਦਾ ਸੰਖੇਪ ਭਾਵ ਵੀ ਸਾਨੂੰ ਦੱਸ ਦੇਣਾ। ਜਗੀਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਅੰਗਦ ਦੇਵ ਜੀ ਨੇ ਜੀ 1469 ਅੰਕ ਦੇ ਵਿੱਚ ਆਸਾ ਰਾਗ ਦੇ ਵਿੱਚ ਇਹ ਸ਼ਲੋਕ ਉਚਾਰਨ ਕੀਤਾ ਹੋਇਆ ਜੀ। ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਹੈ। ਖੱਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪ੍ਰਾਕ੍ਰਿਤ ਹੈ। ਸ਼ਬਦ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੇ ਭੇਓ, ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਓ। ਇਸ ਸ਼ਲੋਕ ਦੇ ਵਿੱਚ ਸ਼ਬਦੰ ਦੇ ਉਚਾਰਨ ਬਾਰੇ ਵੀਰ ਜੀ ਨੇ ਪੁੱਛਿਆ। ਇਹਦੇ ਵਿੱਚ ਆਪਾਂ ਨੇ ਸੱਸੇ ਦੇ ਪੈਰ ਦੇ ਬਿੰਦੀ ਲਾ ਕੇ ਉਚਾਰਨ ਕਰਨਾ ਸ਼ਬਦੰ ਜੀ, ਤੇ ਇਹਦੇ ਅਰਥੇ ਬਣ ਜਾਂਦੇ ਨੇ ਜੀ ਜੋਗ ਸ਼ਬਦੰ ਗਿਆਨ ਸ਼ਬਦੰ। ਜੋਗ ਦਾ ਧਰਮ ਗਿਆਨ ਪ੍ਰਾਪਤ ਕਰਨਾ ਹੈ। ਵੇਦ ਸ਼ਬਦੰ ਬ੍ਰਾਹਮਣ ਹੈ। ਬ੍ਰਾਹਮਣਾਂ ਦਾ ਧਰਮ ਹੈ ਵੇਦਾਂ ਦੀ ਵਿਚਾਰ ਕਰਨੀ। ਖੱਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪ੍ਰਾਕ੍ਰਿਤ ਹੈ। ਖੱਤਰੀ ਸ਼ਬਦ ਦਾ ਮਤਲਬ ਹੈ ਵੀ ਖੱਤਰੀਆਂ ਦਾ ਧਰਮ। ਖੱਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪ੍ਰਾਕ੍ਰਿਤ ਹੈ। ਖੱਤਰੀਆਂ ਦਾ ਧਰਮ ਹੈ ਸੂਰਮਿਆਂ ਵਾਲੇ ਕੰਮ ਕਰਨਾ, ਅਤੇ ਸ਼ੂਦਰਾਂ ਦਾ ਧਰਮ ਹੈ ਦੂਜਿਆਂ ਦੀ ਸੇਵਾ ਕਰਨਾ ਜੀ। ਪਰਕਿਰਤ ਦਾ ਮਤਲਬ ਹੈ ਪਰਾਈ ਕਿਰਤ ਕਰਨੀ, ਦੂਜਿਆਂ ਦੀ ਸੇਵਾ ਕਰਨੀ। ਅਗਲੇ ਬੰਦ ਵਿੱਚ ਹੈ ਜੀ ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੇ ਭੇਓ, ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਓ। ਪਰ ਸਾਰਿਆਂ ਦਾ ਮੁੱਖ ਧਰਮ ਇਹ ਹੈ ਕਿ ਇੱਕ ਪ੍ਰਭੂ ਦਾ ਸਿਮਰਨ ਕਰੀਏ। ਜੋ ਮਨੁੱਖ ਇਸ ਭੇਦ ਨੂੰ ਜਾਣਦਾ ਹੈ ਨਾਨਕ ਉਸ ਦਾ ਦਾਸ ਹੈ। ਸੋਈ ਨਿਰੰਜਨ ਦਿਓ, ਉਹ ਮਨੁੱਖ ਪ੍ਰਭੂ ਦਾ ਹੀ ਰੂਪ ਹੈ। ਇਹ ਸ਼ਲੋਕ ਗੁਰੂ ਨਾਨਕ ਦੇਵ ਜੀ ਨੇ ਵੀ ਉਚਾਰਨ ਕੀਤਾ ਹੋਇਆ। ਸ਼ਲੋਕ ਸਹਿਸਕ੍ਰਿਤੀ ਮਹੱਲਾ ਪਹਿਲਾ 1353 ਅੰਕ ਦੇ ਉੱਤੇ। ਗੁਰੂ ਅੰਗਦ ਦੇਵ ਜੀ ਦਾ ਵੀ ਹੈ ਜਿਹੜਾ ਆਸਾ ਦੀ ਵਾਰ ਦੇ ਵਿੱਚ ਹੈ, ਤੇ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਹੈਗਾ ਸ਼ਲੋਕ, ਇਹ ਸ਼ਲੋਕ ਸਹਿਸਕ੍ਰਿਤੀ ਮਹੱਲਾ ਪਹਿਲਾ 1353 ਅੰਕ ਦੇ ਉੱਪਰ ਵੀ ਦਰਜ ਹੈ। ਪਰ ਉਹਦੇ ਵਿੱਚ ਥੋੜਾ ਜਿਹਾ ਫਰਕ ਹੈ ਜੀ, ਮਾਮੂਲੀ ਜਿਹਾ ਫਰਕ ਹੈ। ਕੀ ਫਰਕ ਹੈ ਜੀ? ਹੈ ਗੁਰੂ ਅੰਗਦ ਦੇਵ ਜੀ ਦਾ ਜਿਹੜਾ ਸ਼ਬਦ ਹੈ ਜੀ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਹੈ। ਜਿਹੜਾ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਸ਼ਬਦ ਉਚਾਰਨ ਕੀਤਾ ਹੋਇਆ ਜੀ ਉਹ ਚਾਹੇ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਤਾਂ ਬ੍ਰਾਹਮਣ ਹੈ। ਇਹ ਤਾਂ ਲੱਗਿਆ ਹੋਇਆ ਜੀ। ਤੇ ਅੱਗੇ ਇੱਕ ਪੰਕਤੀ ਹੈ ਜੀ ਸਰਵ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੇ ਭੇਓ। ਇਹ ਗੁਰੂ ਅੰਗਦ ਦੇਵ ਜੀ ਦਾ ਸ਼ਲੋਕ ਹੈ ਜੀ। ਪਰ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਉਚਾਰਨ ਕੀਤਾ ਹੋਇਆ ਜੀ ਉਹਦੇ ਵਿੱਚ ਹੈ ਸਰਵ ਸ਼ਬਦੰ ਤਾਂ ਏਕ ਸ਼ਬਦੰ ਜੇ ਕੋਈ ਜਾਣੇ ਦੀ ਬਜਾਏ ਜੇ ਕੋ ਜਾਣੁਸ ਭੇਓ, ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਓ। ਇਹ ਪੰਕਤੀ ਗੁਰੂ ਅੰਗਦ ਦੇਵ ਜੀ ਨੇ ਉਚਾਰਨ ਕੀਤੀ ਹੋਈ ਹੈ। ਜਿਹੜੀ ਪੰਕਤੀ ਗੁਰੂ ਨਾਨਕ ਦੇਵ ਜੀ ਨੇ ਉਚਾਰਨ ਕੀਤੀ ਹੈ ਉਹ 'ਚ ਹੈਗਾ ਨਾਨਕ ਤਾਂ ਕੋ ਦਾਸ ਹੈ। ਇੱਥੇ ਨਾਨਕ ਤਾਂ ਕਾ ਦਾਸ ਹੈ। ਗੁਰੂ ਨਾਨਕ ਦੇਵ ਜੀ ਦੀ ਜਿਹੜੀ ਪੰਕਤੀ ਹੈ ਜੀ ਉਹਦੇ ਵਿੱਚ ਹੈ ਨਾਨਕ ਤਾਂ ਕੋ ਦਾਸ ਹੈ ਸੋਈ ਨਿਰੰਜਨ ਦਿਓ। ਮਤਲਬ ਥੋੜਾ ਜਿਹਾ ਅੰਤਰ ਹੈ, ਭਾਵ ਅਰਥ ਬਿਲਕੁਲ ਸੇਮ ਹੈ। ਭਾਰਤ ਵਿੱਚ ਹਿੰਦੂਆਂ ਨੇ ਸਮਾਜ ਨੂੰ 4 ਵਰਨਾਂ ਵਿੱਚ ਵੰਡਿਆ ਹੋਇਆ ਸੀ। ਇਸ ਸ਼ਲੋਕ ਵਿੱਚ ਪਹਿਲਾਂ ਗੁਰੂ ਸਾਹਿਬ ਜੀ ਨੇ ਜੋਗੀ, ਬ੍ਰਾਹਮਣ, ਖੱਤਰੀ ਅਤੇ ਸ਼ੂਦਰ ਦੇ ਕੰਮਾਂ ਦਾ ਵਰਣਨ ਕੀਤਾ ਹੈ ਜੋ ਬ੍ਰਾਹਮਣਾਂ ਨੇ ਨਿਰਧਾਰਿਤ ਕੀਤੇ ਸਨ। ਸ਼ੂਦਰ ਨਾਲ ਬਹੁਤ ਭੈੜਾ ਸਲੂਕ ਕੀਤਾ ਜਾਂਦਾ ਸੀ ਤੇ ਉਸ ਨੂੰ ਨੀਵਾਂ ਸਮਝਿਆ ਜਾਂਦਾ ਸੀ। ਅੰਤਲੀਆਂ ਪੰਕਤੀਆਂ ਦੇ ਵਿੱਚ ਗੁਰੂ ਸਾਹਿਬ ਜੀ ਨੇ ਗੁਰਮਤਿ ਦਾ ਸਿਧਾਂਤ ਦੱਸਿਆ ਹੈ ਜੀ। ਸਿੱਖ ਧਰਮ ਵਿੱਚ ਜਾਤ ਪਾਤ, ਊਚ ਨੀਚ, ਛੂਤ ਛਾਤ, ਵਰਨ ਵੰਡ ਦਾ ਖੰਡਨ ਕੀਤਾ ਹੈ। ਏਕ ਪਿਤਾ
एक के हम बारक तू मेरा गुरहाई। अब्बल अल्लाह नूर उपाया कुदरत के सब बंदे, एक नूर ते सब जग उपजया कौन भले को मंदे। सो सानू गुरबाणी पढ़ के विचार के अमल करने की लोड़ है ਤਾਂ कि साडा संसार में आया सफल हो सके। वाहिगुरु जी का खालसा वाहिगुरु जी की फतेह। वीर जी ने अर्थ भी समझाए ने और नाल दस्या सस्से पैर बिंदी ला के शाह उच्चारण जिहड़ा वो करना है। तो वीर जगीर सिंह जी आप जी का बहुत बहुत धन्यवाद है। तो साध संगत जी मैं बेनती करते हैं भी गुरबाणी नूं सही तरीके समझण लई दो चीज़ां जिहड़ियां ने बड़ियां जरूरी ने, वो है प्रोनाउंसिएशन एंड पंक्चुएशन। जिवें हुणे वीर MP ਸਿੰਘ जी जिस ਵੇਲੇ समझा रहे सन ਤਾਂ ਉਹਨਾਂ ਨੇ ਵੀ ਉਹ ਕਿਉਂਕਿ ਤੁਕ ਲੰਬੀ ਸੀ ਤੇ ਉਹਦੀ ਪੰਕਚੁਏਸ਼ਨ ਕਰਕੇ ਸਾਨੂੰ ਦੱਸਿਆ ਜੇ ਪੰਕਚੁਏਸ਼ਨ ਠੀਕ ਨਾ ਹੋਵੇ ਤਾਂ ਕਈ ਵਾਰੀ ਅਰਥ ਦੇ ਅਨਰਥ ਹੋ ਜਾਂਦੇ ਨੇ। तो इस करके प्रोनाउंसिएशन ਤੇ ਪੰਕਚੁਏਸ਼ਨ ਬੜੀ ਜ਼ਰੂਰੀ ਹੈ। ਪਰ ਉਹਦੇ ਲਈ ਕੀ ਹੈ, ਉਹਦੇ ਲਈ ਸਾਡੀ ਅਗਵਾਈ ਸਾਨੂੰ ਮਿਲਦੀ ਹੈ ਅਗਵਾਈ ਗੁਰਬਾਣੀ ਵਿਆਕਰਣ ਤੋਂ। ਪਰ ਅੱਜ ਕੁਝ ਇੱਕ ਐਸੀਆਂ ਸੰਸਥਾਵਾਂ ਮਤਲਬ ਪ੍ਰਚਲਿਤ ਨੇ ਜਿਹੜੀਆਂ ਇਸ ਗੱਲ ਨੂੰ ਕਹਿੰਦੀਆਂ ਨਹੀਂ ਜੀ ਗੁਰਬਾਣੀ ਪੜ੍ਹਨ ਲਈ ਵਿਆਕਰਣ ਦਾ ਕੋਈ ਮਤਲਬ ਨਹੀਂ। ਵਿਆਕਰਣਕ ਜਿਹੜੇ ਅਸੂਲ ਨੇ ਪ੍ਰਿੰਸੀਪਲਸ ਨੇ ਉਹਨਾਂ ਨੂੰ ਮੰਨਣ ਨੂੰ ਤਿਆਰ ਨਹੀਂ। तो ये हुण संगत दे मनसर है, आप जी ते निर्भर है कि आप किस तरह करना। क्योंकि वो तो बड़ा जोर दे के कहते हैं भी नहीं जी जिस तरह अखर लिखे ने उदा ही गाने ने। और तुसीं देखिया होना है पिछले कुछ समय में उच्चारण में बड़ा ही मतलब भी फर्क जो है वो आ रहा है कई शब्दों के उच्चारण। और चंगे चंगे जिहड़े मन्ने रागी सिंह ने जिन्होंने लोग बड़े शौक नाल सुनते हैं उच्चारण पक्षों उन्हां च भी उही गल्लां ने ਜਿਹੜੀਆਂ ਉਹ ਸੰਸਥਾਵਾਂ ਪ੍ਰਚਾਰ ਕਰ ਰਹੀਆਂ ਨੇ। तो मैं संगत ਨੂੰ ਬੇਨਤੀ ਕਰਾਂਗਾ ਕਿ ਸਾਨੂੰ ਜਾਗਰੂਕ ਹੋਣ ਦੀ ਲੋੜ ਹੈ ਕਿ ਗੁਰਬਾਣੀ ਤਾਂ ਸਮਝਣ ਦਾ ਵਿਸ਼ਾ ਹੈ। ਜਿੰਨਾ ਚਿਰ ਸਮਝਾਂਗੇ ਨਹੀਂ ਅਸੀਂ ਜੀਵਨ 'ਚ ਲਾਗੂ ਕਿਵੇਂ ਕਰਾਂਗੇ। तो ਜਿੰਨਾ ਚਿਰ ਬਾਣੀ ਨੂੰ ਆਪਾਂ ਸਮਝਦੇ ਨਹੀਂ, ਸਮਝ ਕੇ ਜੀਵਨ 'ਚ ਲਾਗੂ ਨਹੀਂ ਕਰਦੇ, ਉਹਨਾਂ ਚਿਰ ਕੋਈ ਬਹੁਤਾ ਲਾਭ ਨਹੀਂ। तो ਇਸ ਕਰਕੇ ਮੈਂ ਸੰਗਤ ਨੂੰ ਬੇਨਤੀ ਕਰਾਂਗਾ ਕਿਉਂਕਿ ਇਸ ਪਲੇਟਫਾਰਮ ਤੇ ਸਾਡੀ ਖੁਸ਼ਕਿਸਮਤੀ ਹੈ ਕਿ संगत दे सारी संगत जिहड़ी है वो बड़े मतलब भी इंटैलीजेंशिया चो आ रही है और सोच विचार करने वाली है। तो उन्होंने मैं बेनती है कि सानू इस बारे आप निर्णय लेना पैना है भी आया प्रोनाउंसिएशन पंक्चुएशन जरूरी है कि नहीं गुरबाणी नूं समझण। तो वीर जगीर सिंह जी आप जी का धन्यवाद है।